ਸਨਾਤਨ ਰਿਸ਼ੀਆਂ ਮੁਨੀਆਂ ਨੇ ਗਹਿਰੇ ਧਿਆਨ ਦੇ ਵਿੱਚ ਇੱਕ ਨਾਦ ਸੁਣਿਆ ਹੈ। ਜਿਹਨੂੰ ਉਹਨਾਂ ਨੇ ਬਾਹਰ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਉਸ ਧੁਨ ਨੂੰ ਕਿਹਾ ਹੈ ਓਮ। ਜਿਵੇਂ ਪਹਿਲ ਕੋਈ ਭਾਸ਼ਾ ਨਹੀਂ ਸੀ ਜਾਣਦਾ ਤੇ ਸਹਿਜ ਸੁਭਾਏ ਹੀ ਉਹਦੇ ਮੂੰਹ ਦੇ ਵਿੱਚੋਂ ਓਮ ਸ਼ਬਦ ਪ੍ਰਗਟ ਹੋ ਗਿਆ, ਭਾਵ ਕਿ ਉਹ ਮੈਂ ਹਾਂ। ਉਹ ਸ਼ਬਦ ਮੂੰਹ ਖੋਲ੍ਹ ਕੇ ਮੂੰਹ ਬੰਦ ਕਰਕੇ, ਅੱਖਰ ਇੱਕੋ ਹੀ ਹੈ। ਮੂੰਹ ਖੋਲ੍ਹ ਕੇ ਬੋਲਣਾ ਸ਼ੁਰੂ ਕਰੋਗੇ ਤੇ ਹੌਲੀ ਹੌਲੀ ਤੁਸੀਂ ਮੂੰਹ ਬੰਦ ਕਰ ਲਓ। ਓਮ। ਇਹ ਸ਼ਬਦ ਉਹਨਾਂ ਰਿਸ਼ੀਆਂ ਮੁਨੀਆਂ ਨੂੰ ਖਿਆਲ ਵਿੱਚ ਆਇਆ। ਗਹਿਰੇ ਧਿਆਨ ਦੇ ਵਿੱਚ ਜਾ ਕੇ ਫਿਰ ਇਸ ਸ਼ਬਦ ਨੂੰ ਬਾਹਰ ਪਰਮਾਤਮਾ ਦਾ ਪ੍ਰਤੀਕ ਦੱਸਿਆ ਵੀ ਪਰਮਾਤਮਾ ਨੂੰ ਅਗਰ ਤੁਸੀਂ ਯਾਦ ਕਰਨਾ ਹੈ ਤੇ ਇਸ ਅੱਖਰ ਦੁਆਰਾ ਯਾਦ ਕਰਿਓ। ਵੀ ਪਰਮਾਤਮਾ ਜਿਹੜਾ ਹੈ ਨਾ, ਉਹ ਅਖੰਡ ਹੈ। ਤੇ ਜੇ ਆਪਾਂ ਕਿਸੇ ਸ਼ਬਦ ਦੁਆਰਾ ਪਰਮਾਤਮਾ ਨੂੰ ਯਾਦ ਕਰਦੇ ਹਾਂ ਤੇ ਸ਼ਬਦ ਕਈ ਅੱਖਰਾਂ ਦੁਆਰਾ ਬਣਦਾ ਹੈ ਤੇ ਉਹ ਅੱਖਰਾਂ ਨੂੰ ਅਲੱਗ ਕਰ ਦਿਓ ਤੇ ਸ਼ਬਦ ਦੇ ਟੁਕੜੇ ਹੋ ਜਾਂਦੇ ਹਨ। ਤੇ ਪਰਮਾਤਮਾ ਦੇ ਤੇ ਟੁਕੜੇ ਹੁੰਦੇ ਨਹੀਂ ਹਨ, ਉਹ ਅਖੰਡ ਹੈ। ਇਵੇਂ ਹੀ ਉਹਨਾਂ ਨੇ ਇੱਕ ਅਲੱਗਾ ਹੀ ਪਰਮਾਤਮਾ ਦਾ ਪ੍ਰਤੀਕ ਬਣਾਇਆ। ਇੱਕ ਸ਼ਬਦ ਚੁਣਿਆ, ਇੱਕ ਅੱਖਰ ਚੁਣਿਆ ਕਹਿ ਸਕਦੇ ਹਾਂ। ਇਹ ਅੱਖਰ ਹਿੰਦੀ ਵਰਣਮਾਲਾ ਤੋਂ ਅਲੱਗਾ ਹੈ ਤੇ ਇਸੇ ਕਰਕੇ ਹੀ ਚੁਣਿਆ ਵੀ ਇਹ ਅੱਖਰ ਇੱਕੋ ਹੀ ਹੈ, ਵੀ ਇਹਦੇ ਟੁਕੜੇ ਨਾ ਹੋ ਸਕਣ। ਪਰਮਾਤਮਾ ਅਖੰਡ ਹੈ। ਪਰਮਾਤਮਾ ਇੱਕ ਹੈ। ਤੇ ਪਰਮਾਤਮਾ ਨੂੰ ਦਰਸਾਉਣ ਵਾਸਤੇ, ਪਰਮਾਤਮਾ ਵੱਲ ਇਸ਼ਾਰਾ ਕਰਨ ਵਾਸਤੇ ਇਹ ਅੱਖਰ ਦਾ ਭਾਵ ਕੀ ਹੁੰਦਾ ਹੈ? ਜਿਹੜਾ ਟੁਕੜੇ ਨਾ ਹੋ ਸਕੇ, ਖਾਰ ਨਾ ਸਕੇ। ਅਕਸ਼ਰ ਜਿਹੜਾ ਟੁਕੜੇ ਨਹੀਂ ਹੁੰਦਾ ਹੈ। ਇਹ ਓਮ ਸ਼ਬਦ ਦਾ ਚਿੰਤਨ ਵੀ ਕਰਦੇ ਰਹੇ ਹਨ ਪੁਰਾਣੇ ਸਮਿਆਂ 'ਚ ਧਾਰਮਿਕ ਲੋਕ। ਪਰਮਾਤਮਾ ਦਾ ਨਾਮ ਸਮਝ ਕੇ, ਪਰਮਾਤਮਾ ਦਾ
ਇੱਕ ਚਿੰਨ੍ਹ ਸਮਝ ਕੇ ਜਾਂ ਪਰਮਾਤਮਾ ਦਾ ਪ੍ਰਤੀਕ ਸਮਝ ਕੇ ਕਈ ਹੁਣ ਵੀ ਚਿੰਤਨ ਕਰਦੇ ਹਨ। ਅੱਜ ਹੀ ਇੱਕ ਬਹੁਤ ਹੀ ਮਸ਼ਹੂਰ, ਜਿਹਨੂੰ ਬਹੁਤ ਲੋਕ ਸੁਣਦੇ ਹਨ ਤੇ ਸਤਿਗੁਰੂ ਕਹਿੰਦੇ ਹਨ, ਉਹ ਕਹਿ ਰਹੇ ਸਨ ਵੀ ਓਮ ਸ਼ਬਦ ਦਾ ਤੁਸੀਂ 10-15 ਮਿੰਟ ਰੋਜ਼ ਸਵੇਰੇ ਜਾਪ ਕਰੋਗੇ ਨਾ ਤੇ ਕਾਰੋਬਾਰਾਂ 'ਚ ਬੜੀਆਂ ਤਰੱਕੀਆਂ ਹੋਣਗੀਆਂ, ਤੁਹਾਨੂੰ ਕੋਈ ਵਿਘਨ ਨਾ ਲੱਗੂਗਾ, ਦੁੱਖ ਤਕਲੀਫਾਂ ਦੂਰ ਹੋਣਗੀਆਂ, ਪਰੇਸ਼ਾਨੀਆਂ ਦੂਰ ਹੋਣਗੀਆਂ, ਮਨ ਨੂੰ ਸ਼ਾਂਤੀ ਮਿਲੂਗੀ। ਤੇ ਓਮ ਦਾ ਜਾਪ ਕਰਿਆ ਕਰੋ। ਦੇਖੋ, ਇਸੇ ਓਮ ਨੂੰ ਜਪ ਕੇ ਕੋਈ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ, ਪਰ ਇਸੇ ਓਮ ਦਾ ਚਿੰਤਨ ਕਰਕੇ ਜਪ ਕੇ ਕੋਈ ਸੰਸਾਰ ਦੇ ਵਿੱਚ ਫਸਾ ਰਿਹਾ ਹੈ ਤੇ ਫਸ ਰਿਹਾ ਹੈ। ਓਮ ਉਹੋ ਹੀ ਹੈ, ਪਰਮਾਤਮਾ ਦਾ ਨਾਮ ਇੱਕੋ ਹੀ ਹੈ। ਉਸੇ ਨਾਮ ਨੂੰ ਜਪ ਕੇ ਤੁਸੀਂ ਸੰਸਾਰ 'ਚੋਂ ਬਾਹਰ ਵੀ ਨਿਕਲ ਸਕਦੇ ਹੋ, ਪਰ ਉਸੇ ਨਾਮ ਨੂੰ ਸੰਸਾਰ ਦੇ ਵਿੱਚ ਫਸਣ ਵਾਸਤੇ ਵੀ ਵਰਤਿਆ ਜਾ ਸਕਦਾ ਹੈ। ਜਿਵੇਂ ਹੁਣ ਕੋਈ ਕੀਰਤਨੀਆ ਸਟੇਜ 'ਤੇ ਬੈਠ ਕੇ ਵਾਹਿਗੁਰੂ 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 ਜਾਪ ਕਰਾ ਰਿਹਾ ਹੈ ਸੰਗਤ ਕੋ, ਤੋ ਵਾਹਿਗੁਰੂ ਨੂੰ ਪਾਉਣ ਵਾਸਤੇ ਥੋੜ੍ਹੀ, ਉਹਨੂੰ ਤੇ ਲੋੜ ਹੈ ਆਪਣਾ ਘਰ ਪਰਿਵਾਰ ਗ੍ਰਸਤ ਚਲਾਉਣ ਵਾਸਤੇ ਧਨ ਦੀ, ਤੇ ਅੱਖਰ ਉਹੋ ਹੀ ਹੈ, ਸ਼ਬਦ ਉਹੋ ਹੀ ਵਰਤ ਕੇ ਆਪਾਂ ਸੰਸਾਰ ਦੇ ਵਿੱਚ ਵੀ ਫਸਦੇ ਹਾਂ। ਹੁਣ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਪੜ੍ਹ ਕੇ ਸੰਸਾਰ 'ਚੋਂ ਬਾਹਰ ਨਿਕਲਦਾ ਹੈ, ਤੇ ਕੋਈ ਇਸੇ ਉਪਦੇਸ਼ ਨੂੰ ਪੜ੍ਹ ਕੇ ਸੰਸਾਰ ਨੂੰ ਮੰਗਦਾ ਹੈ, ਪੜ੍ਹਾਉਂਦਾ ਹੈ, ਪਾਠ ਕਰਾਉਂਦਾ ਹੈ। ਕਾਹਦੇ ਵਾਸਤੇ? ਸੰਸਾਰ ਵਾਸਤੇ। ਉਪਦੇਸ਼ ਤੇ ਉਹੋ ਹੀ ਹੈ ਨਾ, ਤਾਂ ਉਹਨੂੰ ਸੰਸਾਰ ਵਾਸਤੇ ਵੀ ਵਰਤਿਆ ਜਾ ਸਕਦਾ। ਤੇ ਇਵੇਂ ਹੀ ਪ੍ਰਮਾਤਮਾ ਦਾ ਨਾਮ ਹੈ। ਕਈ ਕਹਿੰਦੇ ਹਨ ਵੀ ਓਮ ਦੇ ਵਿੱਚ ਬੜੀ ਸ਼ਕਤੀ ਹੈ, ਜਿਵੇਂ ਪਿੱਛੇ ਜੇ ਇੱਕ ਪ੍ਰੇਮੀ ਕਹਿ ਰਿਹਾ ਸੀ, ਏਕੋ ਓੰਕਾਰ ਦੇ ਵਿੱਚ ਬੜੀ ਸ਼ਕਤੀ ਹੈ, ਮੂਲ ਮੰਤਰ 'ਚ ਬੜੀ ਸ਼ਕਤੀ ਹੈ। ਕਈ ਕਹਿੰਦੇ ਹਨ ਵਾਹਿਗੁਰੂ ਗੁਰੂ ਮੰਤਰ 'ਚ ਬੜੀ ਸ਼ਕਤੀ ਹੈ। ਜਿਹੜੇ ਵੀ ਧਰਮ ਦੇ ਵਿੱਚ ਕੋਈ ਪੈਦਾ ਹੋਇਆ, ਉਸੇ ਧਰਮ ਦਾ ਜਿਹੜਾ ਮਹਾਂ ਮੰਤਰ ਹੈ। ਕੋਈ ਕਹਿੰਦੇ ਗਾਇਤਰੀ ਮੰਤਰ ਦੇ ਵਿੱਚ ਬੜੀ ਸ਼ਕਤੀ, ਨਹੀਂ, ਸ਼ਬਦਾਂ ਦੇ ਵਿੱਚ ਸ਼ਕਤੀ ਥੋੜ੍ਹੀ ਹੁੰਦੀ ਹੈ। ਸ਼ਬਦ ਤੇ ਸਾਡੇ ਸ਼ਬਦ ਹੀ ਹਨ। ਸ਼ਕਤੀ ਤੁਹਾਡਾ ਮਨ ਜਦੋਂ ਜੁੜਦਾ ਹੈ ਨਾ ਕਿਸੇ ਸ਼ਬਦ ਦੇ ਨਾਲ, ਤਾਂ ਮਨ ਹੀ ਸ਼ਕਤੀ ਪੈਦਾ ਕਰਦਾ ਹੈ। ਆਪਣੇ ਆਪ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਕਿਸੇ ਸ਼ਬਦ ਦੇ ਵਿੱਚ। ਫਿਰ ਤੁਸੀਂ ਉਹ ਸ਼ਬਦ ਦਾ ਚਿੰਤਨ ਕਾਹਦੇ ਵਾਸਤੇ ਕਰ ਰਹੇ ਹੋ? ਕੋਈ ਧਨ ਪਾਉਣ ਵਾਸਤੇ ਕਰਦਾ ਹੈ, ਕੋਈ ਪ੍ਰਭਤਾ ਮਾਣ ਵਡਿਆਈ ਪਾਉਣ ਵਾਸਤੇ, ਤੇ 100 ਕਾਰਨ ਹਨ। ਮਨ ਦੇ ਵਿੱਚ ਕੋਈ ਨਾ ਕੋਈ ਵਾਸ਼ਨਾ ਹੁੰਦੀ, ਕਾਮਨਾ ਹੁੰਦੀ, ਇੱਛਾ ਹੁੰਦੀ, ਚਾਹਤ ਹੁੰਦੀ, ਤੇ ਜਿਸ ਚਾਹਤ ਨੂੰ, ਜਿਸ ਭਾਵ ਨੂੰ ਲੈ ਕੇ ਉਹਦਾ ਚਿੰਤਨ ਕਰਦਾ ਹੈ ਆਦਮੀ। ਕਈ ਸ਼ਕਤੀ ਨੂੰ ਪ੍ਰਾਪਤ ਕਰਨ ਵਾਸਤੇ ਵੀ ਕਰਦੇ ਹਨ। ਸ਼ਕਤੀ ਨੂੰ ਪ੍ਰਾਪਤ ਕਰਨ ਵਾਸਤੇ ਵੀ ਅਗਰ ਕੋਈ ਚਿੰਤਨ ਕਰੂਗਾ ਤੇ ਮਨ ਇਕਾਗਰ ਹੋਵੇਗਾ, ਤੇ ਕੁਛ ਨਾ ਕੁਛ ਸ਼ਕਤੀ ਪ੍ਰਾਪਤ ਹੋਵੇਗੀ।
ਤੇ ਸ਼ਬਦ ਦੇ ਵਿੱਚ ਸ਼ਕਤੀ ਨਹੀਂ ਹੁੰਦੀ ਹੈ, ਸ਼ਕਤੀ ਜਪਣ ਵਾਲੇ ਦੇ ਵਿੱਚ ਹੁੰਦੀ ਹੈ। ਤੇ ਜਪਣ ਵਾਲਾ ਜਦੋਂ ਉਹ ਸ਼ਬਦ 'ਤੇ ਇਕਾਗਰ ਹੁੰਦਾ ਹੈ ਮਨ ਉਹਦਾ, ਉਦੋਂ ਉਹ ਕੁਛ ਨਾ ਕੁਛ ਫਲਦਾਇਕ ਹੁੰਦਾ ਹੈ। ਜੋ ਚਾਹੁੰਦਾ ਹੈ ਵੈਸਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਮਨ ਇਕਾਗਰ ਹੁੰਦਾ ਹੈ, ਇਕਜੁੱਟ ਹੁੰਦਾ ਹੈ, ਤੇ ਮਨ ਹੀ ਸ਼ਕਤੀ ਦੇ ਰਿਹਾ ਹੈ। ਤੇ ਓਮ ਸ਼ਬਦ ਇੱਕ ਪਰਮਾਤਮਾ ਦਾ ਪ੍ਰਤੀਕ ਸੀ। ਤੈਨੂੰ ਪ੍ਰਤੀਕ ਇਸੇ ਕਰਕੇ ਬਣਾਇਆ ਸੀ ਕਿ ਇਹਦੇ ਖੰਡ ਨਾ ਹੋ ਸਕਣ। ਇੱਕੋ ਹੀ ਸ਼ਬਦ ਹੈ, ਇੱਕੋ ਹੀ ਅੱਖਰ ਹੈ। ਏਕ ਅੱਖਰ ਹਰ ਮਨ ਬਸਤ ਨਾਨਤ ਹੋਤ ਨਿਹਾਲ। ਪਰ ਜਿਹੜੇ ਧਾਰਮਿਕ ਲੋਕ ਹਨ ਨਾ, ਜਿਨ੍ਹਾਂ ਨੂੰ ਵਿਦਵਾਨ ਕਹਿੰਦੇ ਹਨ, ਪੰਡਿਤ ਕਹਿੰਦੇ ਹਨ, ਉਸ ਸਮੇਂ ਦੇ ਬ੍ਰਾਹਮਣ, ਇਹਨਾਂ ਨੇ ਓਮ ਅੱਖਰ ਦੇ ਵੀ ਟੁਕੜੇ ਕਰ ਦਿੱਤੇ। ਇਹਨੂੰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡ ਦਿੱਤਾ, ਆ, ਊ ਤੇ ਮਾਂ, ਵੀ ਇਹਦੇ ਤੋਂ ਸਾਰੀ ਸ੍ਰਿਸ਼ਟੀ ਬਣੀ ਹੋਈ ਹੈ। 3 ਗੁਣ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਜਾਂ ਬ੍ਰਹਮਾ, ਵਿਸ਼ਨ ਤੇ ਮਹੇਸ਼। ਇੱਕ ਪੈਦਾ ਕਰਨ ਵਾਲਾ, ਇੱਕ ਸੰਭਾਲਣ ਵਾਲਾ, ਇੱਕ ਵਿਨਾਸ਼ ਕਰਨ ਵਾਲਾ। ਉਹਨਾਂ ਨੇ ਇਸ ਓਮ ਸ਼ਬਦ ਦਾ ਵਿਭਾਜਨ ਕਰ ਦਿੱਤਾ, ਟੁਕੜੇ ਕਰ ਦਿੱਤੇ। ਤੇ ਟੁਕੜੇ ਕਰ ਦਿੱਤੇ ਤੇ ਉਹ ਫਿਰ ਸੰਸਾਰ ਦੇ ਵਿੱਚ ਆ ਗਿਆ ਓਮ ਸ਼ਬਦ। ਫਿਰ ਉਹ ਇੱਕ ਨਾ ਰਹਿ ਗਿਆ, ਅਖੰਡ ਨਾ ਰਹਿ ਗਿਆ। ਕਿਉਂਕਿ ਅਗਰ ਮਨ ਦੁਆਰਾ ਕੋਈ ਚੀਜ਼ ਸਮਝਣੀ ਹੋਵੇ ਨਾ, ਬੁੱਧੀ ਦੁਆਰਾ, ਤੇ ਬੁੱਧੀ ਜਦੋਂ ਕਿਸੇ ਚੀਜ਼ ਨੂੰ ਸਮਝਦੀ ਹੈ ਉਹਦੇ ਟੁਕੜੇ ਕਰਦੀ ਹੈ। ਟੁਕੜਿਆਂ ਤੋਂ ਬਗੈਰ ਸਮਝਿਆ ਹੀ ਨਹੀਂ ਜਾ ਸਕਦਾ। ਜਿਵੇਂ ਕਿਸੇ ਨੂੰ ਕਹਿ ਦਿਓ ਵੀ ਇੱਕ ਕੀ ਹੈ, ਹੁਣ ਇੱਕ ਨੂੰ ਕਿਵੇਂ ਸਮਝਾਓਗੇ? ਬਹੁਤ ਔਖਾ ਹੈ। ਪਰ ਫਿਰ ਵੀ ਕਿਹਾ ਜਾ ਸਕਦਾ ਵੀ ਅੱਧਾ ਤੇ ਅੱਧਾ ਇੱਕ, ਜਾਂ ਹੋਰ ਵੀ ਅੱਧਾ ਕੀਤਾ ਜਾ ਸਕਦਾ ਹੈ। ਇਸੇ ਕਰਕੇ ਅਦਵੈਤਵਾਦੀਆਂ ਨੇ ਇੱਕ ਸ਼ਬਦ ਦਾ ਵੀ ਉਪਯੋਗ ਨਹੀਂ ਕੀਤਾ ਹੈ। ਪਰਮਾਤਮਾ ਇੱਕ ਹੈ, ਉਹਨਾਂ ਨੇ ਕਿਹਾ ਹੈ ਅਦਵੈਤ ਹੈ, ਭਾਵ ਕਿ ਦੋ ਨਹੀਂ। ਨੈਗੇਟਿਵ ਸ਼ਬਦ ਦਾ ਉਪਯੋਗ ਕੀਤਾ ਹੈ, ਜਿਵੇਂ ਗੌਤਮ ਬੁੱਧ ਨੇ ਸੁੰਨ ਕਿਹਾ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਪੋਜੀਟਿਵ ਸ਼ਬਦ ਇੱਕ ਵਰਤਿਆ ਹੈ। ਪਰ ਜਦੋਂ ਮਨ ਜਾਂ ਬੁੱਧੀ ਦੁਆਰਾ ਆਪਾਂ ਕਿਸੇ ਵੀ ਚੀਜ਼ ਨੂੰ ਸਮਝਦੇ ਹਨ, ਤੇ ਸਮਝਣ ਵਾਸਤੇ ਉਹਦੇ ਟੁਕੜੇ ਕਰਨੇ ਪੈਂਦੇ ਹਨ। ਤੇ ਜਦੋਂ ਟੁਕੜੇ ਹੋ ਜਾਂਦੇ ਹਨ, ਉਹ ਫਿਰ ਸੰਸਾਰ ਦਾ ਹਿੱਸਾ ਬਣ ਜਾਂਦਾ ਹੈ। ਵਿਗਿਆਨਿਕ ਵੀ ਇਉਂ ਕਰਦੇ ਹਨ, ਪਦਾਰਥ ਨੂੰ ਤੋੜ ਤੋੜ ਕੇ ਟੁਕੜੇ ਕਰ ਕਰਕੇ ਉਹਨੂੰ ਜਾਣਦੇ ਹਨ। ਟੁਕੜੇ ਕਰ ਕਰਕੇ ਹੀ ਉਹਨਾਂ ਨੇ ਪਰਮ ਅਣੂ ਨੂੰ ਜਾਣਿਆ ਹੈ ਨਾ। ਸਾਰਿਆਂ ਨੂੰ ਛੋਟੇ ਅਣੂ ਨੂੰ ਜਾਣਿਆ ਹੈ। ਸਾਰਿਆਂ ਨੂੰ ਛੋਟਾ ਅਣੂ ਹੈ ਨਾ, ਉਹਨੂੰ ਹੀ ਉਹ ਪਰਮ ਅਣੂ ਕਹਿੰਦੇ ਹਨ। ਦੇਖੋ, ਭਾਵ ਕਿ ਉਹਦੇ ਵਿੱਚ ਸ਼ਕਤੀ ਬਹੁਤ ਹੈ। ਵਿਰਾਟ ਸ਼ਕਤੀ ਇੱਕ ਛੋਟੇ ਜਿਹੇ ਅਣੂ ਦੇ ਵਿੱਚ ਛਿਪੀ ਹੋਈ ਹੈ। ਦੇਖੀ ਹੈ ਨਾ, ਜਾਪਾਨ ਦੇ 2 ਸ਼ਹਿਰ ਤਬਾਹ ਕਰ ਦਿੱਤੇ ਹਨ ਇਸ ਪਰਮ ਅਣੂ ਨੇ। ਬਹੁਤ ਸ਼ਕਤੀ, ਸਭ ਤੋਂ ਛੋਟੇ ਅਣੂ। ਤੇ ਵਿਗਿਆਨਕ ਜਿਹੜੇ ਹਨ ਨਾ, ਤੋੜ ਤੋੜ ਕੇ ਵਿਭਾਜਨ ਕਰਕੇ ਜਾਣਦੇ ਹਨ। ਤੇ ਸੰਸਾਰ ਦੇ ਵਿੱਚ ਕੁਛ ਜਾਣਨਾ ਹੈ, ਉਹਦੇ ਖੰਡ ਖੰਡ ਕਰਕੇ ਜਾਣਿਆ ਜਾਂਦਾ ਹੈ। ਮਨ ਖੰਡ ਕਰਕੇ ਹੀ ਜਾਣ ਸਕਦਾ। ਮਨ ਖੰਡ ਖੰਡ ਹੀ ਕਰਦਾ ਹੈ, ਕਿਉਂਕਿ ਆਪ ਵੀ ਮਨ ਖੰਡ ਖੰਡ ਹੈ। ਤੇ ਬੁੱਧੀ ਬਿਨਾਂ ਖੰਡਨ ਤੋਂ ਨਹੀਂ ਸਮਝਦੀ ਹੈ। ਪਰ ਧਰਮ ਗੱਲ ਉਲਟੀ ਕਹਿੰਦਾ ਹੈ।
ਉਹ ਕਹਿੰਦਾ ਹੈ ਖੰਡ ਨਹੀਂ ਕਰਨੇ ਹਨ, ਅਖੰਡ ਕਰਨੇ ਹਨ। ਅਖੰਡ ਵੱਲ ਨੂੰ ਜਾਣਾ ਹੈ ਨਾ, ਪਰਮਾਤਮਾ ਵੱਲ ਨੂੰ ਜਾਣਾ ਹੈ, ਤੇ ਪਰਮਾਤਮਾ ਇੱਕ ਹੈ। ਉੱਥੇ ਜੋੜਨੇ ਹਨ, ਖੰਡ ਕਰਨੇ ਨਹੀਂ ਹਨ, ਕਿਉਂਕਿ ਪਰਮਾਤਮਾ ਅਖੰਡ ਹੈ। ਉਹਦੇ ਖੰਡ ਨਹੀਂ ਹੁੰਦੇ ਹਨ, ਤੇ ਉਹਦੇ ਵੱਲ ਨੂੰ ਜਾਣਾ ਹੈ ਤੇ ਖੰਡਾਂ ਨੂੰ ਜੋੜਨਾ ਹੈ। ਜੋੜ ਕੇ ਤੁਸੀਂ ਅਖੰਡ ਵੱਲ ਜਾਓਗੇ। ਸੰਸਾਰ ਵੱਲ ਨੂੰ ਜਾਣਾ ਹੈ ਤੇ ਖੰਡ ਖੰਡ ਕਰਨੇ ਪੈਂਦੇ ਹਨ। ਤੇ ਓਮ ਦੇ ਜਦੋਂ ਖੰਡ ਹੋ ਗਏ ਤਾਂ ਸੰਸਾਰ ਦਾ ਹਿੱਸਾ ਹੋ ਗਏ। ਤਿੰਨ ਹੋ ਗਏ, ਤਿੰਨ ਤੋਂ ਫਿਰ ਹੋਰ ਕਿੰਨੇ ਗਾਹਾਂ ਤੋਂ ਗਾਹਾਂ ਗੁਣ ਬਣਦੇ 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 ਉਹ ਸੰਸਾਰ ਦੇ ਹੀ ਵਿੱਚ ਹੀ ਓਮ ਦਾ ਵਿਸਥਾਰ ਹੋ ਗਿਆ। ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਬ੍ਰਾਹਮਣ ਓਮ ਸ਼ਬਦ ਦਾ ਜਾਪ ਕਰਨ ਵਾਸਤੇ ਵੀ ਕਹਿੰਦੇ ਸਨ, ਓਮ ਸ਼ਬਦ ਦੀ ਉਪਲਬਧੀ ਕਰਨ ਵਾਸਤੇ ਵੀ ਕਹਿੰਦੇ ਸਨ, ਪਰ ਕਹਿੰਦੇ ਕਾਹਦੇ ਵਾਸਤੇ ਸਨ? ਸੰਸਾਰ ਵਾਸਤੇ। ਤਾਂ ਉਹਨਾਂ ਨੇ ਸੰਸਾਰ ਦਾ ਹਿੱਸਾ ਹੀ ਬਣਾ ਦਿੱਤਾ ਸੀ ਓਮ ਨੂੰ। ਅਖੰਡ ਨਹੀਂ ਸੀ ਨਾ ਰਹਿ ਗਈ। ਤੇ ਪਰਮਾਤਮਾ ਤੇ ਅਖੰਡ ਹੈ ਨਾ। ਉਹ ਤੇ ਇੱਕ ਹੈ ਨਾ। ਤੇ ਗੁਰੂ ਸਾਹਿਬ ਜੀ ਨੇ ਉਸੇ ਹੀ ਓਮ ਨੂੰ ਓੰਕਾਰ ਕਿਹਾ ਹੈ। ਭਾਵ ਕਿ ਜਿਹੜਾ ਆਕਾਰ ਹੈ ਨਾ, ਜਿਹਨੂੰ ਤੁਸੀਂ ਆਕਾਰ ਕਹਿੰਦੇ ਹੋ ਬਾਹਰ, ਇਹ ਹੋਇਆ ਤੇ ਓਮ ਤੋਂ ਹੀ ਵਿਸਤਾਰ ਹੈ ਸਾਰਾ। ਓਮਕਾਰ ਭਾਵ ਕਿ ਓਮ ਤੋਂ ਹੀ ਸਾਰਾ ਵਿਸਥਾਰ ਹੋਇਆ ਹੈ, ਆਕਾਰ ਆਇਆ ਹੈ। ਪਰ ਆਕਾਰ ਹੈ ਇੱਕ ਤੋਂ, ਇੱਕ ਤੋਂ ਹੀ ਸਾਰਾ ਕੁਛ ਆਇਆ ਹੈ ਤੇ ਇੱਕ ਦੇ ਵਿੱਚ ਹੀ ਚੱਲ ਰਿਹਾ ਹੈ। ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਏਕਾ ਮੂਹਰੇ ਲਾ ਦਿੱਤਾ ਵੀ ਉਤਪਤੀ ਤੇ ਓਂਕਾਰ ਤੋਂ ਹੀ ਹੋਈ ਹੈ। ਧਾਰਮਿਕ ਲੋਕ ਕਹਿੰਦੇ ਹਨ ਵੀ ਪਹਿਲਾਂ ਧੁਨ ਹੋਈ ਸੀ, ਓਮ, ਤੇ ਸਾਰੀ ਉਤਪਤੀ ਹੋ ਗਈ। ਓਂਕਾਰ ਕੀਆ ਪਾਸਾਰਾ। ਵਿਗਿਆਨਿਕ ਕਹਿੰਦੇ ਹਨ ਵੀ ਪਹਿਲਾਂ ਪ੍ਰਕਾਸ਼ ਹੋਇਆ ਹੈ। ਕਬੀਰ ਜੀ ਨੇ ਵੀ ਇਉਂ ਹੀ ਕਿਹਾ ਹੈ, ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵੀ ਪਹਿਲਾਂ ਪ੍ਰਕਾਸ਼ ਆਇਆ ਹੈ, ਪ੍ਰਕਾਸ਼ ਤੋਂ ਸਾਰੀ ਪੈਦਾਇਸ਼ ਹੋਈ, ਪਰ ਗੱਲ ਇੱਕੋ ਹੀ ਹੈ। ਜਿਵੇਂ ਕੋਈ ਕਹੇ ਵੀ ਅੱਧਾ ਗਲਾਸ ਪਾਣੀ ਦਾ ਭਰਿਆ ਹੋਇਆ ਹੈ, ਕੋਈ ਕਹੇ ਨਹੀਂ ਅੱਧਾ ਖਾਲੀ ਹੈ। ਇਵੇਂ ਹੀ ਦੇਖਣ ਵਾਲਿਆਂ ਦੀ ਭਿੰਨਤਾ ਹੈ। ਜਿਹੜੇ ਭਗਤੀ ਭਾਵਨਾ ਵਾਲੇ ਸਨ, ਜਿਨ੍ਹਾਂ ਨੇ ਸੁਣਨ ਵੱਲ ਧਿਆਨ ਰੱਖਿਆ ਹੈ, ਉਹਨਾਂ ਨੂੰ ਸੁਣਾਈ ਦਿੱਤਾ ਹੈ ਅਨਹਦ ਨਾਦ, ਜਿਹਨੂੰ ਕਹਿੰਦੇ ਹਨ। ਧੁਨ ਸੁਣਾਈ ਦਿੱਤੀ ਹੈ ਇੱਕ ਐਸੀ ਅਸਤਿਤਵ ਦੀ ਧੁਨ। ਤੇ ਉਹਨਾਂ ਨੇ ਕਿਹਾ ਹੈ ਪਹਿਲਾਂ ਧੁਨ ਪੈਦਾ ਹੋਈ। ਤੇ ਜਿਹੜੇ ਧਿਆਨੀ ਸਨ ਤਾਂ ਉਹਨਾਂ ਨੇ ਧਿਆਨ ਦੇ ਵਿੱਚ ਪਹਿਲਾਂ ਪ੍ਰਕਾਸ਼ ਦੇਖਿਆ, ਤਾਂ ਉਹਨਾਂ ਨੇ ਕਿਹਾ ਪਹਿਲਾਂ ਪ੍ਰਕਾਸ਼ ਆਇਆ। ਇਹ ਦੋਵੇਂ ਹੀ ਮਾਰਗ ਹਨ, ਭਗਤੀ ਮਾਰਗ ਤੇ ਚੱਲਣ ਵਾਲਾ ਸੁਣਨ ਵੱਲ ਧਿਆਨ ਰੱਖਦਾ ਹੈ, ਇਸ ਕਰਕੇ ਉਹਨੂੰ ਧੁਨਾਂ ਸੁਣਾਈ ਦਿੰਦੀਆਂ ਹਨ। ਉਹ ਅਨਹਦ ਦੀ ਨਾਦ ਦੀ ਗੱਲ ਕਰਦਾ ਹੈ। ਦੇਖਣ ਵਾਲਾ ਧਿਆਨੀ ਪ੍ਰਕਾਸ਼ ਦੀ ਗੱਲ ਕਰਦਾ ਹੈ, ਪਰ ਚੀਜ਼ ਦੋਵੇਂ ਇੱਕੋ ਹੀ ਹਨ। ਜਦੋਂ ਕੋਈ ਪਹੁੰਚਦਾ ਹੈ ਨਾ, ਉੱਥੇ ਕੋਈ ਭਿੰਨਤਾ ਨਹੀਂ ਹੈ।
ਤੇ ਬਾਹਰ ਵਿਗਿਆਨਿਕ ਤੋੜ ਕੇ ਚੀਜ਼ ਨੂੰ ਦੇਖਦੇ ਹਨ। ਬੁੱਧੀ ਤੋੜਦੀ ਹੈ, ਮਨ ਤੋੜਦਾ ਹੈ ਤੇ ਵਿਭਾਜਨ ਕਰ ਦਿੰਦਾ ਹੈ, ਖੰਡ ਖੰਡ ਕਰ ਦਿੰਦਾ ਹੈ। ਧਰਮ ਕਹਿੰਦਾ ਹੈ ਨਹੀਂ, ਅਗਰ ਜਾਣਨਾ ਹੈ ਤੁਸੀਂ ਤੇ ਖੰਡ ਖੰਡ ਕਰਕੇ ਨਹੀਂ, ਖੰਡਾਂ ਨੂੰ ਜੋੜ ਕੇ। ਤੇ ਪਹਿਲਾਂ ਖੰਡ ਉਹਨਾਂ ਨੇ ਜੋੜੇ ਹੀ ਹੋਏ ਸਨ। ਓਮ ਸ਼ਬਦ ਇੱਕੋ ਹੀ ਹੈ, ਇੱਕੋ ਹੀ ਅੱਖਰ ਹੈ। ਤੇ ਇਹਦੇ ਜਦੋਂ ਟੁਕੜੇ ਟੁਕੜੇ ਕਰ ਦਿੱਤੇ ਹਨ ਤੇ ਸੰਸਾਰ ਦਾ ਹਿੱਸਾ ਹੋ ਗਿਆ ਹੈ। ਫਿਰ ਗੁਰੂ ਨਾਨਕ ਦੇਵ ਜੀ ਨੇ ਇਹਦੇ ਮੂਹਰੇ ਏਕਾ ਲਾਇਆ ਹੈ ਵੀ ਇਹ ਜਿਹੜਾ ਆਕਾਰ ਤੁਸੀਂ ਕਹਿੰਦੇ ਹੋ ਨਾ, ਵੀ ਓਮ ਤੋਂ ਆਕਾਰ ਬਣਿਆ ਹੈ, ਓਮ ਤੋਂ ਤਿੰਨ ਬਣੇ ਹਨ, ਤਿੰਨਾਂ ਤੋਂ ਫਿਰ ਗਾਹਾਂ ਵਿਸਥਾਰ ਹੋਇਆ ਹੈ। ਇਹ ਸਾਰਾ ਵਿਸਥਾਰ ਇੱਕ ਤੋਂ ਹੀ ਹੋਇਆ ਹੈ, ਇੱਕ ਦੇ ਅੰਦਰ ਹੀ ਚੱਲ ਰਿਹਾ ਹੈ। ਉਹ ਅਦਵੈਤ ਹੈ, ਉਹ ਅਖੰਡ ਹੈ। ਉਹਦੇ ਟੁਕੜੇ ਨਹੀਂ ਹੁੰਦੇ ਹਨ। ਪਰਮਾਤਮਾ ਦੇ ਟੁਕੜੇ ਥੋੜ੍ਹੇ ਹੁੰਦੇ ਹਨ। ਬਾਹਰ ਭਿੰਨਤਾ ਹੈ, ਬਾਹਰ ਜਦੋਂ ਆਪਾਂ ਦੇਖਦੇ ਹਾਂ ਤੇ ਬਾਹਰ ਭਿੰਨਤਾ ਹੈ, ਅੰਦਰ ਅਭਿੰਨ ਹੈ। ਜਿਵੇਂ ਕਿਹਾ ਹੈ ਨਾ, ਵੀ ਪਰਮਾਤਮਾ ਜਿਹੜਾ ਹੈ ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ। ਓਮ ਦਾ ਇਹੋ ਹੀ ਅਰਥ ਹੈ ਵੀ ਉਹ ਤੇ ਮੈਂ ਇੱਕ ਹਾਂ। ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਅੰਤਰ ਥੋੜ੍ਹੀ ਹੈ ਕੁਛ, ਜਿੰਨੇ ਪਹਿਲੇ ਪਹਿਲੇ ਕਿਹਾ ਹੋਊਗਾ ਤੇ ਉਹਨੇ ਬਿਲਕੁਲ ਵੈਸੇ ਹੀ ਕਿਹਾ ਹੈ। ਜਲ ਤਰੰਗ ਔਰ ਫੇਨ ਬੁੱਧ ਬੁੱਧਾ ਜਲ ਤੇ ਪਿੰਨਾ, ਜਲ ਹੀ ਹੈ, ਤਰੰਗ ਵੀ ਜਲ, ਸਭ ਕੁਛ ਜਲ ਹੀ ਹੈ, ਇੱਕੋ ਹੀ ਹੈ। ਅੰਦਰ ਇੱਕ ਹੈ। ਜਿੰਨੇ ਜਾਣਿਆ ਹੈ ਉਹਨੇ ਇੱਕ ਨੂੰ ਹੀ ਜਾਣਿਆ ਹੈ ਤੇ ਉਹਨੇ ਇੱਕ ਦੀ ਹੀ ਗੱਲ ਕੀਤੀ।